न्यूज़ 18 पंजाब हरियाणा वेख रहे दर्शकों का स्वागत है। मैं हाँ गगनदीप चौहान ते इस वेले दे बुलेटिन की शुरुआत अहम खबर दे नाल। बंबीहा गैंग के दो गुर्गे काबू किए गए ने। दिल्ली पुलिस के स्पेशल सैल नूं इह वड्डी कामयाबी मिली है। दविंदर बंबीहा गैंग के दो गुर्गे गिरफ्तार किए गए ने। नवां शहर के रहने वाले दोवें गुर्गे दस्से जा रहे हैं। दोहां दे कोलों पिस्टल ते जिंदा कारतूस बरामद हुए ने। पिछले लंबे समय तो बंबीहा गैंग दे लई दोवें काम कर रहे सन। दिल्ली पुलिस के स्पेशल सैल ने दोवां नूं गिरफ्तार किया है। ਵੱਡੀ ਕਾਮਯਾਬੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਤੇ ਬੰਬੀਹਾ ਗੈਂਗ ਦੇ ਦੋ ਗੁਰਗੇ ਕਾਬੂ ਕੀਤੇ ਨੇ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਲੰਮੇ ਸਮੇਂ ਦੇ ਲਈ ਬੰਬੀਹਾ ਗੈਂਗ ਦੇ ਲਈ ਕੰਮ ਕਰ ਰਹੀ ਸੀ ਔਰ ਦੋਵਾਂ ਦੇ ਕੋਲੋਂ ਪਿਸਟਲ ਤੇ ਕਾਰਤੂਸ ਬਰਾਮਦ ਕੀਤੇ ਗਏ ਨੇ। मनोज राठी मेरे सहयोगी मेरे नाल इस वेले फोन लाइन ते जुड़ रहे हैं। उन्होंने नाल बथेरी जानकारी लिए गल करते हैं। मनोज, दो गुर्गे काबू किए गए ने। बंबीहा गैंग के पिस्टल ते कारतूस बरामद किए गए ने। कि कुछ जानकारी मिल पा रही है? देखो गगर कह सकते हैं दिल्ली के स्पेशल सैल की वड्डी कामयाबी जी है वो जरूर सामने आ रही है कि जिहदे दो दस्से जा रहे हैं कि दोनों पंजाब के रहने वाले ने, गगनदीप ते दलजीत। ਤੇ ਦੋਵੇਂ ਜਿਹੜੇ ਹੈਗੇ ਬੰਬੀਹਾ ਗਰੁੱਪ ਦੇ ਨਾਲ ਕਾਫੀ ਦਿਨਾਂ ਤੋਂ ਜੁੜੇ ਹੋਏ ਸੀਗੇ ਤੇ ਉਹਨਾਂ ਦੇ ਨਾਲ ਕੰਮ ਕਰਦੇ ਸੀਗੇ। ਉਹਨਾਂ ਦੇ ਦੋਨੋਂ ਐਸੋਸੀਏਟ ਨੇ ਕਾਫੀ ਟਾਈਮ ਤੋਂ, ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਨੂੰ ਜਿਹੜੀ ਹੈਗੀ ਹੈ ਮਿਲੀ ਹੈ। ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਕੋਲ ਅਸਲੇ ਰਿਕਵਰ ਹੋਏ ਹੈ, ਜਿੰਦਾ ਕਾਰਤੂਸ ਰਿਕਵਰ ਹੋਏ ਹੈ, ਇਹਦੀ ਵੀ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣਾ ਸੀਗਾ। ਇੱਕ ਗੱਲ ਹੋਰ ਇਹਦੇ ਵਿੱਚ ਜਿਹੜੇ ਸੋਰਸੀ ਸਾਨੂੰ ਜਾਣਕਾਰੀ ਦੇ ਰਹੇ ਕਿ ਗੱਲ ਹੋਰ ਨਿਕਲ ਕੇ ਆ ਰਹੀ ਕਿਉਂਕਿ ਲਾਰੈਂਸ ਗਰੁੱਪ ਦਾ ਇਹਨਾਂ ਦਾ ਆਪਸ ਦਾ ਕਾਫੀ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਤਾਂ ਇਹ ਇੱਕ ਦੂਜੇ ਨੂੰ ਜਿਹੜਾ ਜਿਸ ਤਰ੍ਹਾਂ ਟਾਰਗੇਟ ਕਰਦੇ ਆ, ਜਿਹੜਾ ਅਸੀਂ ਪਿਛਲੇ ਦਿਨਾਂ ਵੀ ਦੇਖਿਆ ਗਗਨ, ਲਗਾਤਾਰ ਅਸੀਂ ਕਵਰੇਜ ਕੀਤੀ ਹੈ ਕਿ ਲਾਰੈਂਸ ਗਰੁੱਪ ਤੇ ਬੰਬੀਹਾ ਗਰੁੱਪ ਲਗਾਤਾਰ ਇੱਕ ਦੂਜੇ ਨੂੰ ਜਿਹੜਾ ਹੈਗਾ ਟਾਰਗੇਟ ਕਰਦੇ ਆ। ਤਾਂ ਕਹਿ ਸਕਦੇ ਕਿ ਇਹ ਆਪਸ ਚ ਜਿਹੜੀ ਦੁਸ਼ਮਣੀ ਹੈ ਉਹਨੂੰ ਵੀ ਕੱਢਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਦੇ ਗੁਰਗਿਆਂ ਨੂੰ ਜਾਂ ਫਿਰ ਕਿਸ ਤਰ੍ਹਾਂ ਦੀ ਧਮਕੀ ਦੇਣਾ ਜਾਂ ਫਿਰ ਉਹਨਾਂ ਨੂੰ ਡਰਾਣਾ ਧਮਕਾਣਾ ਮਾਰਨਾ, ਇਸ ਤਰ੍ਹਾਂ ਵੀ ਚੀਜ਼ਾਂ ਜਿਹੜੀ ਹੈਗੀ ਸਾਹਮਣੇ ਆਈ ਸੀ। ਇਹ ਵੀ ਕਿਸੇ ਸਾਜ਼ਿਸ਼ ਨੂੰ ਅੰਜਾਮ ਦੇਣਾ ਸੀਗਾ। ਹਾਲਾਂਕਿ ਦਿੱਲੀ ਤੋਂ ਇਹਨਾਂ ਨੂੰ ਗ੍ਰਿਫਤਾਰੀ ਜਿਹੜੀ ਹੈਗੀ ਹੋਈ ਹੈ ਤੇ ਹੋਰ ਵੀ ਪੁੱਛ ਕੇ ਬਹੁਤ ਚੀਜ਼ਾਂ ਨਿਕਲ ਕਰ ਸਾਹਮਣੇ ਆ ਰਹੀ ਹੈ ਜੀ। ਦਿੱਲੀ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਅਰੈਸਟ ਕੀਤਾ। ਮਨੋਜ, ਪੰਜਾਬ ਲਿਆਇਆ ਜਾ ਸਕਦਾ ਦੋਵਾਂ ਨੂੰ? ਦੇਖੋ ਇਹਦੇ ਵਿੱਚ ਹੁਣ ਹਾਲਾਂਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਫੜਿਆ ਤੇ ਹਾਲਾਂਕਿ ਪੰਜਾਬ ਪੁਲਿਸ ਨੂੰ ਵੀ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਸ਼ੇਅਰਿੰਗ ਕੀਤੀ ਹੈ ਕਿ ਆਖਿਰ ਇਹ, ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਸੋਸ਼ਲ ਮੀਡੀਆ ਦੇ ਰਾਹੀਂ ਇਹ ਗੈਂਗਸਟਰ ਦੇ ਨਾਲ ਇਹਨਾਂ ਦੀ ਜਿਹੜੀ ਹੈਗੀ ਜਾਣ ਪਛਾਣ ਹੋਈ ਸੀ ਔਰ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਇਹਨਾਂ ਕੋਲੋਂ ਜਿਹੜੇ ਅਸਲੇ ਬਰਾਮਦ ਹੋਏ ਹੈ। ਇਹ ਐਮਪੀ ਤੋਂ ਯੂਪੀ ਤੋਂ ਜਿਹੜੇ ਅਸਲੇ ਇਹਨਾਂ ਨੇ ਲਿੱਤੇ ਸੀਗੇ, ਇਹ ਵੀ ਕੁਝ ਕਿਸੇ ਚੀਜ਼ਾਂ ਸਾਹਮਣੇ ਆਈ ਹੈ ਕਿ ਆਖਿਰ ਇਹ ਗੈਂਗਸਟਰ ਦੇ ਗਰੁੱਪ ਨਾਲ ਜੁੜੇ ਕਿੱਦਾਂ। ਇਹ ਵੀ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸੋਸ਼ਲ ਮੀਡੀਆ ਰਾਹੀਂ ਇਹਨਾਂ ਨੇ ਜਿਹੜੇ, ਕਿਉਂਕਿ ਅਸੀਂ ਪਿਛਲੇ ਦਿਨਾਂ ਦੇਖੀ ਹੈ ਕਿ ਕਿਸ ਤਰ੍ਹਾਂ ਜਿਹੜੇ ਗੈਂਗਸਟਰ ਨੇ, ਇਹ ਕਦੀ ਦੇ ਜਿਹੜੇ ਗੈਂਗਸਟਰ ਹੈ ਉਹ ਕਿਸ ਤਰ੍ਹਾਂ ਜੁਵਨਾਈਲ ਨੂੰ, ਨਾਬਾਲਿਗ ਨੂੰ ਕਿਸ ਤਰ੍ਹਾਂ ਆਪਣੇ ਝਾਂਸੇ 'ਚ ਲੈਂਦੇ, ਕਿਸ ਤਰ੍ਹਾਂ ਉਹਨਾਂ ਨੂੰ ਇਨਵੋਲਵ ਕਰਦੇ, ਕਿਸ ਤਰ੍ਹਾਂ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਹੈ। ਇਹ ਬਹੁਤ ਸਾਰੀ ਚੀਜ਼ਾਂ ਨੇ ਤੇ ਸੋਸ਼ਲ ਮੀਡੀਆ ਇੱਕ ਮਾਧਿਅਮ ਹੁੰਦਾ ਹੈ ਗਗਨ, ਕਿਸ ਤਰ੍ਹਾਂ ਇਹ ਆਪਣੇ ਜਾਲ 'ਚ ਉਹਨਾਂ ਨੂੰ ਫਸਾਉਂਦੇ ਆ, ਫਿਰ ਆਪਣੀ ਗੱਲਾਂ ਦਿਖਾਉਂਦੇ ਆ, ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕਿ ਜਿਸੇ ਆਰਪੀਜੀ ਅਟੈਕ ਦੀ ਅਸੀਂ ਗੱਲ ਕਰੀਏ ਮੋਹਾਲੀ 'ਚ ਜਿਹੜਾ ਹੋਇਆ ਸੀਗਾ, ਉਹਦੇ ਵਿੱਚ ਵੀ ਜਿਹੜੇ ਨਾਬਾਲਿਗ ਫੜੇ ਗਏ ਸੀਗੇ ਦਿਵਿਆਂਸ਼ੂ, ਹੁਣ ਹਾਲਾਂਕਿ ਉਹ ਬਾਲਿਗ ਹੈਗਾ, ਉਹਨੂੰ ਜੋ ਬੋਰਡ ਨੇ ਬਾਲਿਗ ਦਿੱਤਾ ਕਰਾਰ ਦਿੱਤਾ, ਹੁਣ ਫੜਿਆ ਗਿਆ। ਉਸ ਤੋਂ ਵੀ ਕੁਝ ਚੀਜ਼ਾਂ ਆਈਆਂ ਤਾਂ ਹਾਲੀ ਸਾਰੇ ਜਿਹੜਾ ਆਰਪੀਜੀ ਅਟੈਕ ਹੋਇਆ ਸੀਗਾ ਉਹਦੇ ਵਿੱਚ ਵੀ ਕਈ ਚੀਜ਼ਾਂ ਸਾਹਮਣੇ ਆਈ ਸੀ ਕਿ ਨਾਬਾਲਿਗ। ਬਿਲਕੁਲ ਮਨੋਜ, ਇਹ ਸਾਰੇ ਖੁਲਾਸੇ ਜਿਹੜਾ ਹੈਗਾ ਹੋਣਗੇ ਔਰ ਹਜੇ ਜਿਹੜਾ ਹੈਗਾ ਹੋਰ ਖੁਲਾਸੇ ਇਹਨਾਂ ਕੋਲ ਹੋਣ ਦੀ ਉਮੀਦ ਹੈ। ਬਹੁਤ ਬਹੁਤ ਸ਼ੁਕਰੀਆ ਇਸ ਤਮਾਮ ਜਾਣਕਾਰੀ ਦੇ ਲਈ। ਤੇ ਇਸ ਵੇਲੇ ਸਿੱਧਾ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾर्टी ਦੇ सुप्रीमो अरविंद केजरीवाल प्रेस कॉन्फ्रेंस कर रहे हैं। इस वेले सिद्धा थानू उत्थे लेके चलते हैं। सरकार ने कानून पास कर दिया। अब हमने सुप्रीम कोर्ट में इस कानून के खिलाफ याचिका दायर की हुई है और हमें उम्मीद है कि सुप्रीम कोर्ट जो है इस कानून को गैर संवैधानिक डिक्लेयर करके इस कानून को रद्द करेंगे ताकि दिल्ली सरकार अपने काम कर सके। इस तरह से हर काम में अड़चन अड़ाना, दिल्ली के लोगों के हर काम में अड़चन अड़ाना, चुनी हुई सरकार के हर काम में अड़चन अड़ाना, ये सही नहीं है। दिल्ली के अंदर जो अच्छे काम है, जनता के काम है, वो काम होने देना चाहिए और इस तरह से दिल्ली सरकार के कामों में अड़चन नहीं अड़ानी चाहिए। मैं उम्मीद करता हूं कि एलजी साहब, जब तक सुप्रीम कोर्ट का आदेश नहीं आता तब तक एलजी साहब इसको फाइल को जल्दी क्लियर करेंगे और इसको हमारे टीचर्स को भी विदेश जाने देंगे। सर, पिछले हफ्ते एलजी ने आपको मुख्यमंत्री और 10 विधायकों को मिलने का समय दिया था, आप मिल नहीं पाए क्योंकि आप पंजाब में थे। क्या दोबारा उसके बाद उन्होंने दोबारा नहीं बुलाया? मैंने उसी दिन कहा था कि कोई और टाइम दे दो, मैं पंजाब जा रहा हूँ, मैं हूँ नहीं। उसके बाद उन्होंने कोई दोबारा टाइम नहीं दिया। कल फ्राइडे है तो रूटीन मीटिंग है आप लोगों की? नहीं, अभी फिलहाल तो नहीं हो रही हैं। अगर कोई काम होगा तो मैं चला जाऊँगा। 6 फरवरी को फिर से एमसीडी का होगा, क्या लगता है कि? ये तो बीजेपी वाले जवाब देंगे कि वो
चुनाव होने देंगे नहीं होने देंगे, हर बार वही रोकते हैं चुनाव। हम तो चुनाव कराना चाहते हैं, पिछली बार आप लोग तो थे, नहीं होने देंगे, हर बार वही रोकते हैं चुनाव। हम तो चुनाव कराना चाहते हैं, पिछली बार आप लोग तो थे सारे, आपने देखा कि किस तरह से हमारे वाले, मैंने भी वीडियो देखा था, हमारे वाले बिठाने की कोशिश कर रहे हैं और वही जानबूझ के शोर कर रहे थे, उन्होंने जानबूझ के। तो उनको मान लेना चाहिए चुनाव हार गए, जैसे राज्यों में करते हैं, चुनाव हार जाते हैं लेकिन फिर भी सरकार तो उन्हीं की बनती है, खरीद फरोख्त कर लेते हैं। अब यहाँ पे वो खरीद फरोख्त नहीं कर पा रहे हमारे काउंसलर्स को, तो वो हाउस ही नहीं चलने दे रहे, चुनाव ही नहीं होने दे रहे मेयर के। सर, दो सवाल आपसे हैं। एक सवाल तो ये कि क्योंकि अब बहुत कम समय बचा है, मार्च में टीचर्स को जाना था, क्या अभी दोबारा से कम्युनिकेशन जो है एलजी हाउस से आप लोगों को मिला है? हम तो चिट्ठी पे चिट्ठी भेज रहे हैं, जैसे कल परसों भी मनीष सिसोदिया जी ने चिट्ठी भेजी एलजी साहब को, कोई चिट्ठी का जवाब नहीं आता, कोई किसी चीज़ का जवाब नहीं आता, एलजी साहब रिस्पॉन्ड ही नहीं करते। और दूसरा सवाल सर, बजट भी आया है दिल्ली का, उस बजट को आपने पढ़ा भी होगा, देखा भी है, तो उस तरीके से किस तरीके से लग रहा दिल्ली वालों? दिल्ली वाले ਸੋ ਦਿੱਲੀ ਵਿੱਚ ਗਵਰਨਰ ਵਰਸਸ ਸਰਕਾਰ ਔਰ ਗਵਰਨਰ ਵਰਸਸ ਸਰਕਾਰ ਹੀ ਪੰਜਾਬ ਦੇ ਵਿੱਚ ਗਵਰਨਰ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਇੱਕ ਵਾਰ ਫਿਰ ਤਲਖੀ ਵਧੀ ਹੋਈ ਹੈ। ਜੇਲਾਂ ਤੇ ਨਸ਼ੇ ਤੇ ਗਵਰਨਰ ਦੇ ਬਿਆਨਾਂ ਤੇ ਮਾਨ ਸਰਕਾਰ ਦੇ ਮੰਤਰੀ ਭੜਕ ਗਏ ਨੇ। ਅਮਨ ਅਰੋੜਾ ਨੇ ਬਿਆਨ ਦਿੱਤਾ ਹੈ, ਸਰਕਾਰ ਦੇ ਬਰਾਬਰ ਸਰਕਾਰ ਚਲਾ ਰਹੇ ਨੇ ਗਵਰਨਰ। ਅਮਨ ਅਰੋੜਾ ਇਹ ਬਿਆਨ ਦੇ ਰਹੇ ਨੇ, ਗਵਰਨਰ ਦੀ ਕੁਰਸੀ ਤੋਂ ਸਿਆਸੀ ਬਿਆਨਬਾਜ਼ੀ ਸੋਭਦੀ ਨਹੀਂ। ਅਮਨ ਅਰੋੜਾ ਨੇ ਇਹ ਵੀ ਬਿਆਨ ਦਿੱਤਾ ਹੈ, ਨਾਲ ਹੀ ਕਿਹਾ ਕਿ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ। सियासी बयानबाजी के इल्जाम जो लगे तो फिर गवर्नर ने सरकार को चुनौती दी। उन्होंने कहा कि मेरे फैसले सियासी साबित करके दिखाओ, मैं पंजाब की जमीनी हकीकत समझने के लिए निकलिया हाँ। सरकार की चाहती है कि मैं राजभवन में ही बैठा रहा। पंजाब में ड्रग्स बड़ी समस्या है, गवर्नर ने एक बार फिर दोहराया। हम दस्ती कि गवर्नर इन्हीं दिनों पंजाब के सरहदी इलाके की फेरी थे, सरहदी इलाके में फेरी करते हुए उन्होंने बीते दिन एक बयान दिता सी कि करियाने की दुकानों से भी नशा विक रहा है पंजाब। ये बयान उन्होंने दिता सरहदी इलाकों को लैके, और इस बयान तो बाद जो सियासत गरमाई हुई है। सरकार जी है सवाल खड़े कर रही है गवर्नर के उत्ते, सरकार के मंत्री जोड़ा है बयान दे रहे हैं, और उधर गवर्नर फिर सरकार को चैलेंज देते हुए नजर आ रहे हैं। अमन अरोड़ा ने कहा कि गवर्नर की कुर्सी में सारी सियासी बयानबाजी शोभा नहीं जाती, सियासी बयान। गवर्नर ने चैलेंज करता कि इसको सियासी साबित करके वो देखो, इस तरह के यह बहुत अनफॉर्चुनेट है कि मानयोग गवर्नर साहब ਆਪਣੇ ਅਹੁਦੇ ਦੀ ਮਰਿਆਦਾ ਜਿਹੜੀ ਉਹ ਨਹੀਂ ਰੱਖ ਰਹੇ ਹੈਗੇ। ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਹੈਗਾ ਕਿ ਕਿਸੇ ਸਟੇਟ ਦੇ ਵਿੱਚ ਕੋਈ ਗਵਰਨਰ ਪੋਲੀਟੀਕਲ ਸਪੀਚਾਂ ਨੇ ਜਿਹੜੀਆਂ ਉਹ ਦਿੰਦੇ ਫਿਰਨ, ਕੋਈ ਉਹਨਾਂ ਦੇ ਇਸ਼ੂ ਧਿਆਨ ਦੇ ਵਿੱਚ ਆਉਂਦਾ ਤੇ ਉਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਧਿਆਨ ਦੇ ਵਿੱਚ ਲਿਆਉਣ, ਪਰ ਸਿੱਧੇ ਇੱਕ ਤਰੀਕੇ ਨਾਲ ਪੈਰਲਲ ਗਵਰਨਮੈਂਟ ਚਲਾਉਣੀ ਔਰ ਉਹ ਵੀ ਚੁਣੀ ਹੋਈ, ਇਹ ਤਾਂ ਇਹ ਹੋਇਆ ਪਿਆ ਕਿ ਇਲੈਕਟਿਡ ਦੇ ਉੱਪਰ ਸਿਲੈਕਟਿਡ ਲੋਕ ਨੇ ਜਿਹੜੇ ਉਹ ਰਾਜ ਕਰਨਗੇ। ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਜਿਹੜੇ ਉਹ ਸਪੋਜ਼ ਨਸ਼ੇ ਦੀ ਗੱਲ ਕਰਦੇ ਨੇ, ਤੇ ਨਸ਼ਾ ਕਿੱਥੋਂ ਆ ਰਿਹਾ ਪੰਜਾਬ ਦੇ ਵਿੱਚ, ਜਾਂ ਤਾਂ ਇੰਟਰਨੈਸ਼ਨਲ ਬਾਰਡਰ ਤੋਂ ਆ ਰਿਹਾ ਹੈ, ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਸੈਂਟਰਲ ਗਵਰਨਮੈਂਟ ਦੀ। ਜਾਂ ਨੇਬਰਿੰਗ ਸਟੇਟ ਹਰਿਆਣਾ ਦੇ ਵਿੱਚ ਰੂਟ ਹੋ ਕੇ ਆਉਂਦਾ ਹੈ, ਉਹਦੀ ਉੱਥੇ ਦੀ ਸਰਕਾਰ ਕਿਹਦੀ ਹੈ? ਬੀਜੇਪੀ ਦੀ। ਜਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਟਨਾਂ ਦੇ ਟਨ ਨਸ਼ੇ ਨੇ ਜਿਹੜੇ ਉਹ ਗੁਜਰਾਤ ਪੋਰਟ ਦੇ ਵਿੱਚ ਉਤਰਦੇ ਨੇ ਤੇ ਉੱਥੋਂ ਸਾਰੇ ਮੁਲਕ ਦੇ ਵਿੱਚ ਡਿਸਟ੍ਰੀਬਿਊਟ ਹੁੰਦੇ ਨੇ, ਉੱਥੇ ਸਰਕਾਰ ਕਿਹਦੀ ਹੈ? ਉਹ ਜ਼ਿੰਮੇਵਾਰੀ ਕਿਹਦੀ ਹੈ? ਉਹ ਸੈਂਟਰਲ ਗਵਰਨਮੈਂਟ ਦੀ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਸਿਰਫ ਔਰ ਸਿਰਫ ਤੁਸੀਂ ਆਪਦੇ ਸਿਆਸੀ ਲਾਹੇ ਲਈ ਤੁਸੀਂ ਪੰਜਾਬ ਦਾ ਵੀ ਨੁਕਸਾਨ ਕਰ ਰਹੇ ਹੋ, ਤੁਸੀਂ ਡੈਮੋਕ੍ਰੇਸੀ ਨੂੰ ਵੀ ਢਾਹ भी ये चार्ज मत लगाना, ये गवर्नर के ऊपर पॉलिटिकली मोटिवेटेड नहीं है। सर, थोड़ी देर से खालिस्तान का एक भी इशू ओपन चैलेंज कि राजनीति से ताकत का मैंने इशू उठाया। हाँ, आई एम कॉन्स्टिट्यूशन को प्रोटेक्ट करने की जिम्मेदारी है गवर्नर की। कॉन्स्टिट्यूशन की मैंने शपथ ली है, भारत के संविधान की, एंड आई एज पर द कॉन्स्टिट्यूशन आई एम एग्जीक्यूटिव हेड ऑफ द स्टेट। सारे जितने भी गवर्नमेंट के आर्डर ये निकालते हैं ऑन बिहाफ ऑफ द गवर्नर निकलते हैं, तो मेरी ड्यूटी है कि कॉन्स्टिट्यूशन के हिसाब से सरकार माने। अब जैसे फॉर एग्जांपल किसी ने मुद्दा यूनिवर्सिटी के वाइस चांसलर का बीच में उठाया, तो वो इनको इतना ही है कि भाई यूजीसी के नॉर्म्स है, सुप्रीम कोर्ट के 3 जजमेंट है और ये कॉन्स्टिट्यूशन है, आप उनको मानिए। इन्होंने मान लिया, मेरी झंझट खत्म, इन्होंने देव एग्रीड। राजनीति, इसमें राजनीति कहाँ आई? उधर बीजेपी नसीहत दे रही है कि पंजाब सरकार सियासत करने की थां ते सूबे के हालातां नूं लैके संजीदा होवे। ਪਿੰਡ ਦੇ ਸਰਪੰਚਾਂ ਨੂੰ ਮਿਲਦੇ ਨੇ
ਤੇ ਜੋ ਜਗ ਜ਼ਾਹਿਰ ਗੱਲ ਉਹ ਸਾਹਮਣੇ ਆਉਂਦੀ ਆ ਕਿ ਹੁਣ ਸਕੂਲ ਦੇ ਬੱਚੇ ਵੀ ਡਰੱਗਸ ਲੈਣ ਲੱਗ ਪਏ ਨੇ। ਬੜੇ ਹੀ ਚਿੰਤਾ ਦਾ ਵਿਸ਼ਾ ਹੈ। 11 ਸਾਲ ਦਾ ਬੱਚਾ ਪਿਛਲੇ ਦਿਨਾਂ 'ਚ ਡਰੱਗਸ ਲੈਂਦੇ ਹੋਏ ਮਾਰਿਆ ਗਿਆ। ਔਰ ਇਹੀ ਗੱਲ ਗਵਰਨਰ ਸਾਹਿਬ ਨੇ ਕੱਲ੍ਹ ਇਹ ਜਾਣਕਾਰੀ ਦਿੱਤੀ ਕਿ ਇਸ ਦੇ ਉੱਤੇ ਸਾਨੂੰ ਮਿਲ ਕੇ ਰੋਕਥਾਮ ਲਾਉਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਵੱਲੋਂ ਹੁਣੇ ਵਾਰ ਕੀਤੇ ਜਾ ਰਹੇ ਨੇ ਜੀ ਕਿ ਗਵਰਨਰ ਸਾਹਿਬ ਕਿਉਂ ਗਏ, ਗਵਰਨਰ ਸਾਹਿਬ ਕਿਉਂ ਬੋਲੇ, ਪੰਜਾਬ ਨੂੰ ਬਦਨਾਮ ਕਰਤਾ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਆਪਾਂ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਹੈ। ਪੰਜਾਬ ਦੇ ਅੰਦਰ ਨਸ਼ਾ ਵੱਧ ਗਿਆ, ਇਸ ਗੱਲ ਨੂੰ ਐਡਮਿਟ ਕਰਨਾ ਚਾਹੀਦਾ ਹੈ। ਭਗਵੰਤ ਮਾਨ ਜੀ ਨੂੰ ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਆ ਕਿ ਬਾਰਡਰ ਦੇ ਪਿੰਡਾਂ ਦੇ ਅੰਦਰ ਸਕੂਲਾਂ ਤੱਕ ਨਸ਼ਾ ਪਹੁੰਚਦਾ ਜਾ ਰਿਹਾ ਹੈ ਤੇ ਗਵਰਨਰ ਸਾਹਿਬ ਵੀ ਜਿਸ ਦੇ ਉੱਤੇ ਸਵਾਲ ਕਰ ਰਹੇ ਨੇ ਤੇ ਉਹ ਕਿਸੇ ਨੂੰ ਕਟਘਰੇ 'ਚ ਨਹੀਂ ਖੜਾ ਕਰ ਰਹੇ, ਬਲਕਿ ਪੰਜਾਬ ਦੀ ਚਿੰਤਾ ਕਰ ਰਹੇ, ਜਿਹੜੀ ਕਿ ਆਪਾਂ ਨੂੰ ਸਭ ਨੂੰ ਮਿਲ ਕੇ ਕਰਨੀ ਚਾਹੀਦੀ। ਉਧਰ ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨ ਦਾ ਖਤਰਾ ਦੱਸਿਆ ਜਾ ਰਿਹਾ ਹੈ। ਕਿਸਾਨ ਐਂਥਮ ਲਿਖਣ ਵਾਲੇ ਨੂੰ ਧਮਕੀ ਮਿਲ ਰਹੀ ਹੈ। ਸ਼੍ਰੀ ਬਰਾੜ ਨੂੰ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਸ਼੍ਰੀ ਬਰਾੜ ਇਹ ਕਹਿ ਰਹੇ ਨੇ, ਆਸਟ੍ਰੇਲੀਆ ਤੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਭਾਵੁਕ ਹੋਏ ਸ਼੍ਰੀ ਬਰਾੜ। ਸਿਆਸਤਦਾਨਾਂ ਤੋਂ ਧਮਕੀਆਂ ਮਿਲ ਰਹੀਆਂ ਨੇ, ਪੰਜਾਬ ਦੇ ਹੱਕ ਦੇ ਵਿੱਚ ਬੋਲਣ ਦੀ ਸਜ਼ਾ ਮਿਲ ਰਹੀ ਹੈ। 2 ਸਾਲ ਪਹਿਲਾਂ ਇੱਕ ਭਾਜਪਾ ਲੀਡਰ ਨੇ ਮੈਨੂੰ ਫੋਨ ਕੀਤਾ। ਭਾਜਪਾ ਆਗੂ ਨੇ ਦੱਸਿਆ ਕਿ ਮੈਨੂੰ ਅੱਤਵਾਦੀ ਕਰਾਰ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਬੇੜੀਆਂ ਗਾਣੇ ਕਰਕੇ ਮੇਰਾ ਜੂਣਾ ਮੁਸ਼ਕਿਲ ਕਰ ਦਿੱਤਾ। ਕੁਝ ਕਾਂਗਰਸ ਦੇ ਲੀਡਰਾਂ ਨੇ ਹੀ ਮੈਨੂੰ ਪਰੇਸ਼ਾਨ ਕੀਤਾ। ਮੈਂ ਦੱਸ ਨਹੀਂ ਸਕਦਾ ਕਿ ਜ਼ਿੰਦਗੀ ਵਿੱਚ ਕੀ ਸਹਿ ਰਿਹਾ ਹਾਂ। ਮੇਰੀ ਹਾਲਤ ਸੁਸ਼ਾਂਤ ਸਿੰਘ ਰਾਜਪੂਤ ਵਰਗੀ ਹੋ ਰਹੀ ਹੈ। ਆਪਣੀ ਕਲਮ ਦੇ ਨਾਲ ਲਿਖ ਕੇ ਤੁਹਾਡੀ ਸਭ ਦੀ ਨੀਂਦ ਉਡਾਉਂਦਾ ਰਹਾਂਗਾ। ਮੈਂ ਪੰਜਾਬ ਦਾ ਦਿੱਤਾ ਖਾਂਦਾ ਹਾਂ ਤੇ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈ। ਅੰਦੋਲਨ ਦੇ ਵਿੱਚ ਬਾਬਾ ਮਿਹਰ ਕਰੇ, ਬੜਾ ਕੁਝ ਦੇਖਿਆ ਤੁਹਾਡੇ ਭਰਾ ਨੇ, ਬੜਾ ਕੁਝ ਦੇਖਿਆ। ਕਿਹੜੇ ਗੁੰਡਿਆਂ ਦੇ ਫੋਨ ਨਹੀਂ ਸਹੇ ਤੁਹਾਡੇ ਵੀਰ ਨੇ, ਕਿਹੜੇ ਪੋਲੀਟੀਸ਼ੀਅਨਾਂ ਤੋਂ ਧਮਕੀਆਂ ਨਹੀਂ ਲਈਆਂ। ਮੈਂ ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਐਡੀ ਹੈ। ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਇਹ ਹੈਗੀ ਹੈ, ਹਰ ਸਾਲ 'ਚ 12 ਮਹੀਨੇ ਹੁੰਦੇ ਆ ਤੇ ਤੁਹਾਡਾ ਭਰਾ 8 ਵਾਰੀ ਛੱਤ ਨੂੰ ਰੱਸੇ ਪਾਉਂਦਾ। 7 ਮਹੀਨੇ ਮੈਨੂੰ 6-7 ਮਹੀਨੇ ਇੱਥੇ ਆ ਗਏ ਹੋ ਗਏ। 2 ਸਾਲ ਨਹੀਂ, ਸਾਲ ਪੁਰਾਣੀ ਗੱਲ ਹੈ। ਬੀਜੇਪੀ ਦਾ ਬੜਾ ਮੰਨਿਆ ਪਰਮੰਨਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਫੇਰ ਇਹ ਪਰਚੇ ਪਾਉਣਗੇ ਮੇਰੇ ਤੇ, ਕੁਝ ਕਰਨਗੇ। ਬਟ ਗੁਰੂ ਦੀ ਸਹੁੰ ਦੇ ਕੇ ਕਹਿਣਾ ਕਿ ਬੀਜੇਪੀ ਦੇ ਬੰਦੇ ਨੇ, ਭਰਾ ਨੇ ਉਸੇ ਮੀਟਿੰਗ 'ਚ ਬੈਠਾ ਸੀਗਾ ਤੇ ਆ ਕੇ ਕਹਿੰਦਾ ਕਿ ਸ਼੍ਰੀ ਤੇਰੇ ਤੇ ਪਰਚਾ ਵੀਰੇ, ਮੈਨੂੰ ਫੋਨ ਕਰਿਆ। ਉਹ ਚੰਗਾ ਭਲਾ ਬੰਦਾ, ਉਹਦੇ ਹੋਸ਼ ਉੱਡ ਗਏ ਤੇ ਮੈਨੂੰ ਫੋਨ ਕਰਕੇ ਕਹਿੰਦਾ ਵੀਰੇ ਮੈਂ ਮਿਲਣਾ ਹੈ। ਕਿੱਥੇ ਆ ਤੂੰ, ਛੋਟਾ ਭਰਾ ਹੈ। ਮੈਂ ਕਿਹਾ ਜੀ ਮੈਂ ਮੋਹਾਲੀ, ਮੈਂ 91 ਹੁੰਦਾ ਸੀ। ਮੈਂ ਸਵੇਰੇ ਮੈਂ ਗੱਲ ਹੋਈ, ਮੈਂ ਮਿਲਿਆ। ਮੈਨੂੰ ਵੀਰ ਕਹਿੰਦਾ ਕਿ ਰਾਤ ਮੀਟਿੰਗ 'ਚ ਬੈਠੇ ਆ ਬੀਜੇਪੀ ਦੇ ਤੇ ਸ਼੍ਰੀ ਉੱਥੇ ਗੱਲ ਕੀ ਹੋਈ, ਤੇਰਾ ਜ਼ਿਕਰ ਚੱਲਿਆ ਤੇ ਉਹਨਾਂ ਨੇ ਕੀ ਗੱਲ ਕਹੀ। ਬਹੁਤ ਵੱਡਾ ਪੋਲੀਟੀਸ਼ੀਅਨ ਸੀਗਾ। ਉਹਨੇ ਗਾਲ ਕੱਢ ਕੇ ਮੇਰੇ ਬਾਰੇ ਕਿਹਾ, ਇੱਕ ਸਟੇਟ ਨੂੰ ਰਿਪਰੈਜ਼ੈਂਟ ਕਰਦਾ ਉਹ ਬੰਦਾ ਜਿਹਦੀ ਮੈਂ ਗੱਲ ਕਰ ਰਿਹਾ। ਤੁਹਾਨੂੰ ਪਾਵਰ ਦੱਸ ਦਿਆਂ ਉਹ ਬੰਦੇ ਦੀ ਕੀ ਉਹਦਾ ਹੈਗਾ। ਕਹਿੰਦਾ ਕਿ ਸ਼੍ਰੀ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਤੇ ਇਹਨੂੰ ਅੱਤਵਾਦੀ ਦਾ ਕਰਾਰ ਦੇ ਕੇ, ਜਿੱਦੇ ਸਾਡੇ ਧੱਕੇ ਚੜ ਗਿਆ, ਅੱਤਵਾਦੀ ਦਾ ਕਰਾਰ ਦੇ ਕੇ ਇਹਨੂੰ ਸਾਰੀ ਉਮਰ ਜੇਲ੍ਹਾਂ 'ਚ ਨਾ ਕਟਾਈ। ਤੇ ਅਸੀਂ ਕੀ ਸਮਝਦੇ ਨਹੀਂ ਇਹ ਚੀਜ਼ਾਂ ਨੂੰ? ਸਮਝਦਾ ਨਹੀਂ ਮੈਂ ਇਹ ਚੀਜ਼ਾਂ ਨੂੰ ਕਿ ਅੱਤਵਾਦੀ ਕਰਾਰ ਦੇ ਦੇਣਾ ਕਿਸੇ ਨੂੰ ਕੀ ਚੀਜ਼ ਹੈ। ਅੱਜ ਇਹ 4 ਬੰਦੇ ਰਲ ਕੇ ਸਾਨੂੰ ਅੱਤਵਾਦੀ ਕਰਾਰ ਦੇ ਦੇਣ ਤਾਂ ਵੀਰੇ ਅਸੀਂ ਕੀ ਕਰਾਂਗੇ। ਇੱਕ ਗੀਤਕਾਰ ਜਿਹੜਾ ਹੈਗਾ ਪੰਜਾਬੀ ਗਾਇਕ, ਉਸ ਨੂੰ ਜਾ ਕੇ ਆਸਟ੍ਰੇਲੀਆ 'ਚ ਬੈਠੇ ਰਹਿਣਾ ਪਵੇ, ਇੱਥੋਂ ਭੱਜੇ, ਆਪਣੇ ਸਾਰੇ ਪ੍ਰੋਗਰਾਮ ਰੱਦ ਕਰਦੇ, ਉਹਨੂੰ ਧਮਕੀਆਂ ਆਉਣ, ਕਿਹਨਾਂ ਤੋਂ, ਗੈਂਗਸਟਰਾਂ ਤੋਂ ਆ ਰਹੀਆਂ ਨੇ, ਕਿਹੜੇ ਪੋਲੀਟੀਸ਼ੀਅਨ ਉਹਦੇ 'ਚ ਇਨਵੋਲਵ ਆ। ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਇਹ ਗੁੰਡਾਗਰਦੀ, ਇਹ ਪੋਲੀਟੀਸ਼ੀਅਨ ਔਰ ਪੋਲੀਟੀਕਲ ਲੋਕ ਨੇ ਜਿਹੜੇ ਉਹ, ਔਰ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਔਰ ਗੈਂਗਸਟਰ, ਇਹਨਾਂ ਦੇ ਨੈਕਸਸ ਦੇ ਨਾਲ ਹੀ ਚੱਲਦਾ। ਤੇ ਉਹਨੇ ਸਾਫ਼ ਕਿਹਾ ਕਿ ਮੈਨੂੰ ਫੋਨ ਵੀ ਕਰਵਾਉਂਦੇ ਆ ਗੈਂਗਸਟਰਾਂ ਤੋਂ ਤੇ ਬਾਕੀ ਲੋਕਾਂ ਤੋਂ ਧਮਕੀਆਂ ਆਉਂਦੀਆਂ ਨੇ। ਇਸ ਕਰਕੇ ਮੈਂ ਆਪਣੀ ਜਾਨ ਬਚਾਉਣ ਦੇ ਲਈ ਡਰਦਾ ਹੋਇਆ ਆਸਟ੍ਰੇਲੀਆ ਬੈਠਾ। ਤੇ ਇਹ ਪੰਜਾਬ ਸਰਕਾਰ ਨੂੰ ਇਸ ਦਾ ਧਿਆਨ ਦੇਣਾ ਚਾਹੀਦਾ, ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ। ਤੇ ਦਸੂਹਾ ਦੇ ਵਿੱਚ ਭਿਆਨਕ ਹਾਦਸਾ ਜਿਹੜਾ ਹੈਗਾ ਵਾਪਰਿਆ। ਘਰ ਦੀ ਕੰਧ ਤੋੜ ਕੇ ਰਸੋਈ ਦੇ ਵਿੱਚ ਟਰੱਕ ਵੜ ਗਿਆ ਤੇ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋਈ ਹੈ, 3 ਜ਼ਖਮੀ ਹੋਏ ਨੇ। ਰਸੋਈ ਦੇ ਵਿੱਚ ਖਾਣਾ ਖਾ ਰਿਹਾ ਸੀਗਾ ਪਰਿਵਾਰ। ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਪਰਿਵਾਰਿਕ ਮੈਂਬਰ ਰੋਟੀ ਖਾ ਰਹੇ ਸੀਗੇ। ਆਹੀਂ ਮਿਲ ਗਏ, ਬੱਚਿਆਂ ਨੇ ਸਾਰਿਆਂ ਨੇ ਖਾ ਕੇ ਅੰਦਰ ਚਲੇ ਗਏ ਸੀਗੇ।
ਤੇ ਫਿਰ ਨਾ ਅਚਾਨਕ ਪਿੱਛੋਂ ਨਾ ਇੰਨੀ ਤੇਜ਼ ਗੱਡੀ ਆਈ ਤਾਂ ਯਕਦਮ ਹੀ ਸਿੱਧੀ ਟਰੈਕ ਕਰ ਗਈ, ਜਿਹਦੇ ਨਾਲ ਸਾਰੇ ਅੱਛਾ ਕੌਣ ਕੌਣ ਸੀ ਉਸ ਵਕਤ ਰਸੋਈ ਵਿੱਚ? ਮੇਰੀ ਬੀਬੀ, ਮੇਰੇ ਡੈਡੀ, ਮੇਰੀ ਬੂਆ, ਮੇਰੀ ਮੰਮਾ। ਤੇ ਤੁਸੀਂ? मैं अपने पेके घर आई हुई सी, साडा सारा परिवार रल के सामने रोटी खा रहा सी ते अचानक तेज रफ्तार ट्रक साडे रसोई विच आ वज्जिया, जिस नाल असीं सारा परिवार ਜ਼ਖਮੀ ਹੋ ਗਿਆ। ਮੈਂ 5 ਮਹੀਨੇ ਤੋਂ ਪ੍ਰੈਗਨੈਂਟ। ਮਾਨਸਾ ਸਾਹਿਬ ਤੋਂ ਹਾਜੀਪੁਰ ਆ ਰਿਹਾ ਸੀਗਾ, ਜੋ ਖੁੰਡਾ ਰੋਡ ਚਰਸਤਾ ਪੁਲ ਦੇ ਕੋਲ ਹੈ, ਰੋਡ ਦੇ ਨਾਲ ਹੀ ਨਜ਼ਦੀਕ ਘਰ ਲੱਗਦਾ ਹੈਗਾ ਸਵਰਨ ਕੌਰ ਦਾ। ਤੇ ਸਵਰਨ ਕੌਰ ਸ਼ਾਮ ਦੇ ਮਤਲਬ ਅਕਸਰ ਖਾਣਾ ਖਾ ਰਹੇ ਸੀ, ਬਣਾ ਰਹੇ ਸੀਗੇ ਕਿ ਟਰੱਕ ਯਕਦਮ ਕੰਨ ਪਾੜ ਕੇ ਉਹਨਾਂ ਰਸੋਈ ਦੇ ਐਂਟਰ ਹੋ ਗਿਆ, ਜਿੱਥੇ ਮੌਕੇ ਤੇ ਇਹਨਾਂ ਦੇ ਸੱਟਾਂ ਕਾਫੀ ਲੱਗੀਆਂ ਤੇ ਉਸ ਟਾਈਮ ਸਿਵਲ ਹਸਪਤਾਲ ਲੈ ਗਏ ਆ। 3 ਬੰਦੇ। ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਲਾਇਆ। ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਲਾਉਂਦੇ ਹੋਏ ਦਿੱਲੀ ਨੂੰ ਉਸਦੇ ਹਿੱਸੇ ਦਾ ਪੈਸਾ ਨਹੀਂ ਮਿਲ ਰਿਹਾ ਸਾਫ਼ ਤੌਰ ਤੇ ਕਿਹਾ। ਬੀਜੇਪੀ ਐਮਸੀਡੀ ਮੇਅਰ ਦੀ ਚੋਣ ਨਹੀਂ ਹੋਣ ਦੇ ਰਹੀ। ਸਿੱਧੇ ਤੌਰ ਤੇ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਲਾਇਆ। ਕੀ ਕੁਝ ਕਹੇ ਤੁਹਾਨੂੰ ਸੁਣਾ। 1000 से ज़्यादा प्रिंसिपल्स अभी तक विदेशों में जा चुके हैं और वापस लौटने के बाद उन्होंने अपने अपने स्कूलों को सुधारा है। जहां एक तरफ दिल्ली से सीख के दूसरे राज्य अब अपने टीचर्स को विदेश भेज रहे हैं, दिल्ली के अंदर गंदी राजनीति की वजह से इस काम को रोकने की कोशिश की जा रही है। दिल्ली में हम 1000 से ज़्यादा टीचर्स को अभी तक अलग अलग देशों में भेज चुके हैं। अब इस साल भी हमने अपने बजट में पैसा रखा था टीचर्स को विदेशों में ट्रेनिंग पे भेजने के लिए। तो हमने प्लान किया था कि 30 प्रिंसिपल दिसंबर में जाएंगे और 30 प्रिंसिपल मार्च में जाएंगे ट्रेनिंग करने के लिए। लेकिन अनफॉर्चुनेटली एलजी साहब की बार बार फाइलों के ऊपर बेतुके ऑब्जेक्शंस लगाने की वजह से दिसंबर में ट्रेनिंग पे नहीं जा पाए टीचर्स, वो कैंसिल हो गई। और अब पिछले कई दिनों से फाइल एलजी ऑफिस में पड़ी हुई है और अब फिर से ऐसा लगता है कि मार्च की ट्रेनिंग भी कैंसिल हो जाएगी। हमने एलजी साहब के पास 25 अक्टूबर को फाइल भेजी थी पहली बार। 15 दिन फाइल रखने के बाद उन्होंने 3 ऑब्जेक्शन लगा के 10 नवंबर को फाइल वापस भेजी। हमने जब वो ऑब्जेक्शन पूरे करके दोबारा फाइल उनके पास भेजी तो 9 जनवरी को उन्होंने 2 और ऑब्जेक्शन लगा के फिर फाइल वापस भेज दी। अब हमने वो भी ऑब्जेक्शन दूर करके 20 जनवरी को दोबारा फाइल उनके पास भेजी है। अभी तक फाइल का कोई अता पता नहीं है। जब मैं और मेरे सारे विधायक एलजी हाउस गए थे, राजनिवास गए थे इसके विरोध में और रिक्वेस्ट करने की आप फाइल क्लियर कीजिए, तो एलजी साहब के यहाँ से पूरे मीडिया में दिया गया था कि मुझे कोई आपत्ति नहीं है टीचर्स के विदेश जाने में, मैं तो कोई आपत्ति नहीं कर रहा, मैंने तो एक इन्फॉर्मेशन मांगी थी। अगर वो आपत्ति नहीं कर रहे तो फिर 15 दिन से फाइल उनके दफ्तर में क्यों पेंडिंग पड़ी हुई है, उन्होंने क्यों नहीं क्लियर किया। इस सिलसिले में मैं ये कहना चाहता हूँ कि कानून में, संविधान में साफ साफ लिखा है एलजी इज बाउंड बाय एड एंड एडवाइस ऑफ काउंसिल ऑफ मिनिस्टर्स। इसका मतलब ये होता है कि फाइलें एलजी के पास नहीं जानी चाहिए। जैसे दूसरे राज्यों में भी ये लिखा हुआ है कि गवर्नर इज बाउंड बाय एड एंड एडवाइस ऑफ काउंसिल ऑफ मिनिस्टर्स। केंद्र सरकार में लिखा है प्रेसिडेंट इज बाउंड बाय एड एंड एडवाइस ऑफ काउंसिल ऑफ मिनिस्टर्स। तो केंद्र सरकार में भी फाइलें नहीं जाती प्रेसिडेंट के पास, राज्यों में फाइलें नहीं जाती गवर्नर के पास। दिल्ली में भी 2018 में संविधान पीठ, सुप्रीम कोर्ट की संविधान पीठ ने ऑर्डर किया था कि एलजी के पास फाइलें नहीं जाएंगी। मुख्यमंत्री और मंत्री सारे निर्णय लेंगे और वो निर्णय तुरंत लागू कर दिए जाएंगे। लेकिन 2021 में केंद्र सरकार ने बदमाशी करके और कानून पास कर दिया और कानून में लिखा कि सारी फाइलें एलजी के पास जाया करेंगी। ये कानून बिल्कुल गलत है। अब सारी फाइलें एलजी के पास जाती हैं, हर फाइल के ऊपर एलजी जो है वो दो चार उल्टी सीधी कोई ना कोई ऑब्जेक्शन लगा देते हैं। तो ये कानून बिल्कुल गलत है। ये कानून संविधान के खिलाफ है। संविधान पीठ जो थी सुप्रीम कोर्ट की, उसने साफ साफ कहा था कि कोई फाइल एलजी के पास नहीं जाएगी, क्योंकि हमने संविधान पीठ को बताया कि किस तरह से उसके पहले एलजी साहब ने ऑब्जेक्शन लगा लगा के 2 साल तक मोहल्ला क्लिनिक रोक दिए, ऑब्जेक्शन लगा लगा के 2 साल तक सीसीटीवी कैमरे नहीं लगने दिए।
तो संविधान पीठ ने कहा था कि 2018 में 4 जुलाई 2018 का ऑर्डर है कि कोई भी फाइल एलजी के पास नहीं जाएगी, लेकिन 2021 में इन्होंने संविधान की उल्लंघन करके संविधान के खिलाफ केंद्र सरकार ने कानून पास कर दिया। अब हमने सुप्रीम कोर्ट में इस कानून के खिलाफ याचिका दायर की हुई है और हमें उम्मीद है कि सुप्रीम कोर्ट जो है इस कानून को गैर संवैधानिक डिक्लेयर करके इस कानून को रद्द करेंगे ताकि दिल्ली सरकार अपने काम कर सके। इस तरह से हर काम में अड़चन अड़ाना, दिल्ली के लोगों के हर काम में अड़चन अड़ाना, चुनी हुई सरकार के हर काम में अड़चन अड़ाना, ये सही नहीं है। दिल्ली के अंदर जो अच्छे काम है, जनता के काम है, वो काम होने देना चाहिए और इस तरह से दिल्ली सरकार के कामों में अड़चन नहीं अड़ानी चाहिए। मैं उम्मीद करता हूं कि एलजी साहब, जब तक सुप्रीम कोर्ट का आदेश नहीं आता तब तक एलजी साहब इसको फाइल को जल्दी क्लियर करेंगे और इसको हमारे टीचर्स को भी विदेश जाने देंगे। सर, पिछले हफ्ते एलजी ने आपको मुख्यमंत्री और 10 विधायकों को मिलने का समय दिया था, आप मिल नहीं पाए क्योंकि आप पंजाब में थे। क्या दोबारा उसके बाद उन्होंने दोबारा नहीं बुलाया। मैंने उसी दिन कहा था कि कोई और टाइम दे दो, मैं पंजाब जा रहा हूँ, मैं हूँ नहीं। उसके बाद उन्होंने कोई दोबारा टाइम नहीं दिया। सर, कल फ्राइडे है तो रूटीन मीटिंग है आप लोगों की? नहीं, अभी फिलहाल तो नहीं हो रही हैं। अगर कोई काम होगा तो मैं चला जाऊंगा। 6 फरवरी को फिर से एमसीडी का होगा, क्या लगता है कि ये तो बीजेपी वाले जवाब देंगे कि वो चुनाव होने देंगे नहीं होने देंगे। हर बार वही रोकते हैं चुनाव। हम तो चुनाव कराना चाहते हैं। पिछली बार आप लोग तो थे सारे, आपने देखा कि किस तरह से हमारे वाले, मैंने भी वीडियो देखा था, हमारे वाले बिठाने की कोशिश कर रहे हैं और वही जानबूझ के शोर कर रहे थे। उन्होंने जानबूझ के, तो उनको मान लेना चाहिए चुनाव हार गए, जैसे राज्यों में करते हैं, चुनाव हार जाते हैं लेकिन फिर भी सरकार तो उन्हीं की बनती है, खरीद फरोख्त कर लेते हैं। अब यहाँ पे वो खरीद फरोख्त नहीं कर पा रहे हमारे काउंसिलर्स को, तो वो हाउस ही नहीं चलने दे रहे, चुनाव ही नहीं होने दे रहे मेयर के। 2 सवाल आपसे। एक सवाल तो ये कि क्योंकि अब बहुत कम समय बचा है, मार्च में टीचर्स को जाना था, क्या अभी दोबारा से जो कम्युनिकेशन जो है एलजी हाउस से आप लोगों को मिला है? हम तो चिट्ठी पे चिट्ठी भेज रहे हैं। जैसे कल परसों भी मनीष सिसोदिया जी ने चिट्ठी भेजी एलजी साहब को, कोई चिट्ठी का जवाब नहीं आता, कोई किसी चीज का जवाब नहीं आता, एलजी साहब रिस्पॉन्ड ही नहीं करते। और दूसरा सवाल सर, बजट भी आया है दिल्ली का, उस बजट को आपने पढ़ा भी होगा, देखा भी है पूरी तरीके से, किस तरीके से लगा दिल्ली वालों? दिल्ली वाले 2.25 लाख, देखो पूरे देश से सरकार, केंद्र सरकार इनकम टैक्स इकट्ठा करती है। उस इनकम टैक्स को केंद्र सरकार इकट्ठा करती है, लेकिन केंद्र सरकार उसको इस्तेमाल नहीं कर सकती। उसको उसे केंद्र सारे राज्यों में बांटना होता है। इट इज़ अ डिविजिबल पूल ऑफ टैक्सेस। तो जितना इनकम टैक्स पूरे देश से इकट्ठा होता है उसे सारे राज्यों में बांटना होता है। पूरे देश में सबसे ज्यादा इनकम टैक्स दिल्ली देती है, दिल्ली के लोग देते हैं। 2.25 लाख करोड़ रुपए का पिछले साल हमने इनकम टैक्स दिया और उसमें से दिल्ली को केवल 325 करोड़ रुपए पिछले 20 साल से मिल रहे हैं, हर साल 325 करोड़। तो एक कहते हैं ना कि सोने की मुर्गी, सोने के अंडे देने वाली मुर्गी को मारना नहीं चाहिए, तो दिल्ली तो एक तरह से सोने के अंडे देती है, उसका ही अगर गला घोट दोगे तो फिर कैसे काम चलेगा। आप जितना ज़्यादा दिल्ली में इन्वेस्ट करोगे, दिल्ली की अर्थव्यवस्था में इन्वेस्ट करोगे, उतना ज़्यादा दिल्ली और प्रोड्यूस करके देगी, और टैक्स देगी आपको, आपकी और तरक्की होगी। आप दिल्ली में इन्वेस्ट ही नहीं करोगे, दिल्ली का गला घोट दोगे तो कैसे काम चलेगा। दूसरा, कल बजट में केंद्र सरकार ने देश के जितने नगर निगम है, म्यूनिसिपैलिटी है, म्यूनिसिपल कॉरपोरेशन है, म्यूनिसिपल काउंसिल है, छोटे बड़े जितने नगर निगम है, सारे नगर निगमों को पैसा दिया पूरे देश में, केवल दिल्ली नगर निगम को पैसा नहीं दिया। मैं केंद्र सरकार से पूछना चाहता हूं, आपका दिल्ली के लोगों से क्या दुश्मनी है आपकी? केवल दिल्ली नगर निगम को पैसा नहीं दिया, बाकी पूरे देश के सारे नगर निगमों को पैसा दिया। आप बजट उठा के देख लो। सर, एक सवाल है, खबर आ रही है ईडी के चार्जशीट पे, उसमें ईडी ने दावा किया है कि जो लिकर स्कैम था लेजेंड दिल्ली का, उसके किकबैक्स को गोवा इलेक्शन में इस्तेमाल किया गया था। ये चार्जशीट में ईडी ने दावा किया है। ईडी की कितनी चार्जशीट? अभी तक 5000 चार्जशीट फाइल की होंगी ईडी ने अपने पूरे इस सरकार के कार्यकाल में। उसमें से कितने लोगों को सजा हुई? ईडी की सारे केस फर्जी हैं। ईडी के केस केवल सरकारें गिराने और सरकारें बनाने के लिए इस्तेमाल किए जाते हैं। ईडी के केसेस, ईडी जो है भ्रष्टाचार खत्म करने के लिए थोड़ी केस करती है। ईडी तो केवल एमएलए, इन लोगों की सरकारों को एमएलए खरीदने के लिए, एमएलए तोड़ने के लिए, सरकारें बनाने के लिए, सरकारें गिराने के लिए इस्तेमाल किया जाता है। तो ईडी की चार्जशीट एक कोरा फिक्शन है।